ਵੈਲਕਮ ਬੈਕ। ਮੈਂ ਮਨਵੀਰ ਕੌਰ। ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਕਿ ਦੇਸ਼ ਨੂੰ ਫਿਰਕਿਆਂ ਦੇ ਵਿੱਚ ਵੰਡ ਕੇ ਉਹਨਾਂ ਦੇ ਵਿੱਚ ਜ਼ਹਿਰ ਘੋਲਣ ਵਾਲੀ ਰਾਜਨੀਤੀ ਪੰਜਾਬ ਦੇ ਕਿੰਨੀ ਨੇੜੇ ਤੱਕ ਆ ਚੁੱਕੀ ਹੈ। ਪੰਜਾਬ ਦਾ ਭਾਈ ਕਿਹਾ ਜਾਂਦਾ ਹਰਿਆਣਾ ਦੀ ਸਰਕਾਰ ਜਿਹੜੀ ਬੀਜੇਪੀ ਔਰ ਜੇਜੇਪੀ ਦਾ ਗੱਠਜੋੜ ਦੇ ਨਾਲ ਸਰਕਾਰ ਚੱਲ ਰਹੀ ਹੈ, ਉਹਨਾਂ ਨੇ ਵਿਧਾਨ ਸਭਾ 'ਚ ਬਿੱਲ ਪਾਸ ਕੀਤਾ ਹੈ ਐਂਟੀ ਕਨਵਰਜ਼ਨ ਬਿੱਲ, मतलब कि धर्म परिवर्तन रोकू बिल, जिहदे विच आधार ये बनाया गया कि जिहड़े भी इंटरफेथ मैरिजेस हुंदियां ने, मतलब कि मुंडा कुड़ी अगर अपने धर्म तो बाहर एक दूसरे नाल विआह करदे आ तां उहदे विच कुड़ी दा धर्म परिवर्तन जबरदस्ती ढंग दे नाल ना कराया जावे, उहनूं रोकण दे लई एक बिल लिआंदा गया और सरकार ने कहा कि इस बिल नूं कानून बना दिता जावे। मीडिया वल्लों जदों सवाल पूछे गए कि तुसी ये बिल इत्थे लैके आ रहे हो कि तुहाडे कोल कोई डाटा है कि किन्नियां कुड़ियां दे जबरदस्ती धर्म परिवर्तन किए गए ने, तां खट्टर साहब दा कहना सी डाटा कोई नहीं है पर असीं डाटा दे दांगे, बहुत होए आ, फरीदाबाद च होया, गुड़गांव च होया, फलानी थां ते होया, टिमकनी थां ते होया, बट कोई डाटा सरकार कोल मौजूद नहीं है। हुण सवाल पैदा हुंदा कि तुहाडे कोल कोई डाटा नहीं है जिहदे नाल तुसीं ये साबित कर सको, दिखा सको कि वाकई ही ਜਿਹੜੀਆਂ ਔਰਤਾਂ ਆ ਉਹਨਾਂ ਨੂੰ ਜ਼ਬਰਦਸਤੀ ਲੁਭਾਵਣੇ ਵਾਅਦੇ ਕਰਕੇ ਧੱਕੇ ਦੇ ਨਾਲ ਜਾਂ ਉਹਨਾਂ ਨੂੰ ਮੂਰਖ ਬਣਾ ਕੇ ਉਹਨਾਂ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਹੋ ਸਕਦਾ ਇਦਾਂ ਹੁੰਦਾ ਹੋਵੇ, ਪਰ ਇਹ ਜਿਹੜੀ ਤਾਦਾਦ ਹੈ, ਜਿਹੜਾ ਨੰਬਰ ਹੈ, ਆਲਮੋਸਟ ਨਿਗਲੀਜੀਬਲ ਹੋਏਗਾ। ਇਹ ਇੰਨਾ ਵੀ ਵੱਡਾ ਨੰਬਰ ਨਹੀਂ ਹੈ ਕਿ ਜਿਹਦੇ ਲਈ ਸਰਕਾਰ ਨੂੰ ਕਾਨੂੰਨ ਲਿਆਉਣਾ ਪੈ ਜਾਵੇ ਵਿਧਾਨ ਸਭਾ ਦੇ ਵਿੱਚ। ਆਪਾਂ ਨੂੰ ਪਤਾ ਹੁਣ ਇਹ ਜਿਹੜਾ ਬਿੱਲ ਹੈ ਪਾਸ ਹੋਇਆ, ਉਸ ਤੋਂ ਬਾਅਦ ਇਹ ਗਵਰਨਰ ਕੋਲ ਜਾਏਗਾ, ਗਵਰਨਰ 'ਚ ਜਾਣ ਤੋਂ ਬਾਅਦ ਆ ਕੇ ਇਹ ਐਕਟ ਬਣ ਕੇ ਲਾਗੂ ਹੋ ਜਾਏਗਾ। ਅਗਰ ਕੋਈ ਜਾਣਾ ਲਾਲਚ ਦੇ ਕੇ ਜਾਂ ਕਿਸੇ ਤਰ੍ਹਾਂ ਦੇ ਦਬਾਅ ਦੇ ਨਾਲ ਕਿਸੇ ਤਰ੍ਹਾਂ ਦਾ ਧਰਮ परिवर्तन किसी का करदा फड़िया गया तो उन्होंने फिर कई सालों तक की, मतलब 10 साल तक की सज़ा हो सकती है और कई ਲੱਖ तक का जुर्माना हो सकता। बैकग्राउंड 'ਚ ਚੱਲਦੇ ਹਾਂ 2013 ਦੇ ਵਿੱਚ यूपी ਦੇ ਵਿੱਚ ਜਿਹੜਾ ਲਵ ਜਿਹਾਦ ਸ਼ਬਦ ਸੀ ਬਹੁਤ ਸੁਣਨ ਨੂੰ ਮਿਲਿਆ ਸੀ। ਉਸ ਟਾਈਮ ਇੱਕ ਧਾਰਮਿਕ ਕੱਟੜਪੰਥ ਕ੍ਰੀਏਟ ਕੀਤਾ ਗਿਆ। ਇਹ ਦਿਖਾਇਆ ਗਿਆ ਕਿ ਜਿਹੜੀ ਹਿੰਦੂ ਔਰਤ ਹੈ ਉਹ ਖਤਰੇ ਦੇ ਵਿੱਚ ਆ, ਉਹਨੂੰ ਤਾਂ ਬਹੁਤ ਈਜ਼ੀਲੀ ਲੁਭਾ ਕੇ ਜਿਹੜਾ ਇੱਕ ਦੂਸਰਾ ਧਰਮ ਆ, ਮੈਂ ਜਾਣਬੁੱਝ ਕੇ ਉਹਦਾ ਨਾਂ ਨਹੀਂ ਉਸ ਧਰਮ ਦਾ ਇੱਥੇ ਲੈਣਾ ਚਾਹੁੰਦੀ ਕਿਉਂਕਿ ਇਸ ਵੀਡੀਓ ਦਾ ਮਕਸਦ ਸਿਰਫ ਇਨਫੋਰਮੇਸ਼ਨ ਦੇਣਾ, ਟੂ ਪੁਆਇੰਟ ਆਊਟ ਕਿ ਕੀ ਹੋ ਰਿਹਾ, ਨਾ ਕਿ ਕਿਸੇ ਤਰ੍ਹਾਂ ਦੀ ਫਿਰਕਾ ਪ੍ਰਸਤੀ ਨੂੰ ਵਧਾਉਣਾ ਹੈ। ਸੋ ਇਹ ਦਿਖਾਇਆ ਗਿਆ ਕਿ ਹਿੰਦੂ ਔਰਤ ਖਤਰੇ ਦੇ ਵਿੱਚ ਆ, ਉਹਨੂੰ ਇੱਥੋਂ ਵਰਗਲਾ ਕੇ ਲੈ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਕੇ ਜਿਹੜਾ ਇੱਕ ਧਰਮ ਹੈ ਉਹ ਇੱਕ ਤਰ੍ਹਾਂ ਦੀ ਸਾਜ਼ਿਸ਼ ਰਚ ਰਿਹਾ ਦੇਸ਼ ਦੇ ਖਿਲਾਫ। ਸੋ ਇਸ ਸਾਜ਼ਿਸ਼ ਨੂੰ ਰੋਕਣ ਦੇ ਲਈ ਔਰ ਹਿੰਦੂ ਔਰਤ ਦੀ ਸੁਰੱਖਿਆ ਕਰਨ ਦੇ ਲਈ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ। ਸੋ ਉਹ ਕਾਨੂੰਨ ਅਲਟੀਮੇਟਲੀ 10 ਸਟੇਟਾਂ ਦੇ ਵਿੱਚ ਆਇਆ ਔਰ 11ਵੀਂ ਸਟੇਟ ਹੈ ਹੁਣ ਹਰਿਆਣਾ, ਜਿੱਥੇ ਇਹ ਜਿਹੜਾ ਬਿੱਲ ਆ ਉਹ ਲੈ ਕੇ ਆਇਆ ਜਾ ਰਿਹਾ, ਧਰਮ ਪਰਿਵਰਤਨ ਰੋਕੂ ਬਿੱਲ। ਇਹ ਜਿੰਨੀਆਂ ਵੀ ਸਟੇਟ ਹੈ ਸਾਰੀਆਂ ਦੇ ਵਿੱਚ ਆਲਰੇਡੀ ਬੀਜੇਪੀ ਦੀ ਸਰਕਾਰ ਹੈ ਜਿੱਥੇ ਇਹ ਵਾਲੇ ਕਾਨੂੰਨ ਆਏ ਆ। ਪਰ ਗੱਲ ਇਹ ਹੈ ਕਿ ਕੀ ਹਰਿਆਣਾ ਦੀ ਔਰਤ ਇੰਨੀ ਕਮਜ਼ੋਰ ਹੈ ਕਿ ਉਹਨਾਂ ਨੂੰ ਕੋਈ ਜਾਣਾ ਲੁਭਾਵਣੇ ਵਾਅਦੇ ਕਰਕੇ, ਕਿਸੇ ਤਰ੍ਹਾਂ ਦੀ ਮਿਸਰੈਪ੍ਰਜ਼ੈਂਟੇਸ਼ਨ ਕਰਕੇ, ਕਿਸੇ ਤਰ੍ਹਾਂ ਦਾ ਦਬਾਅ ਬਣਾ ਕੇ ਜਾਂ ਉਹਨਾਂ ਨੂੰ ਕੋਈ ਅਲਿਓਰਮੈਂਟ ਕਰਕੇ, ਕਿਸੇ ਤਰ੍ਹਾਂ ਦਾ ਲਾਲਚ ਦੇ ਕੇ ਉਹਦਾ ਧਰਮ, ਉਹਦੇ ਨਾਲ ਵਿਆਹ ਕਰਾਏਗਾ, ਪਿਆਰ 'ਚ ਫਸਾ ਕੇ ਔਰ ਬਾਅਦ ਵਿੱਚ ਉਹਦਾ ਧਰਮ ਪਰਿਵਰਤਨ ਕਰਾ ਕੇ ਉਹਨੂੰ ਛੱਡ ਦੇਗਾ? ਕੀ ਇਹੋ ਜਿਹੇ ਕੇਸ ਕਦੀ ਆਪਾਂ ਹੁੰਦੇ ਸੁਣੇ ਆਲੇ ਦੁਆਲੇ? ਅਗਰ ਤੁਹਾਡੇ ਕੋਲ ਇਸ ਚੀਜ਼ ਦਾ ਕੋਈ ਕੇਸ ਹੈਗਾ ਤਾਂ ਡੂ ਸ਼ੇਅਰ ਇੱਥੇ ਕਮੈਂਟ ਬਾਕਸ ਦੇ ਵਿੱਚ, ਕਿਉਂਕਿ ਜਦੋਂ ਖੱਟੜ ਸਾਹਿਬ ਚੀਫ ਮਿਨਿਸਟਰ ਹਰਿਆਣਾ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਕੀ ਤੁਹਾਡੇ ਕੋਲ ਕੋਈ ਡਾਟਾ ਹੈ ਕਿ ਲਵ ਜਿਹਾਦ ਹੋ ਰਿਹਾ, ਕੁੜੀਆਂ ਦਾ ਧਰਮ ਪਰਿਵਰਤਨ ਹੋ ਰਿਹਾ, ਜ਼ਬਰਦਸਤੀ ਢੰਗ ਦੇ ਨਾਲ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ, ਹਿੰਦੂ ਔਰਤਾਂ ਨੂੰ ਖਤਰੇ 'ਚ ਪਾਇਆ ਜਾ ਰਿਹਾ। ਇਹਦੇ ਵਿੱਚ ਖੈਰ ਇਸ ਬਿੱਲ ਦੇ ਵਿੱਚ ਕਿਸੇ ਵੀ ਧਰਮ ਦਾ ਨਾਮ ਨਹੀਂ ਆਇਆ। ਸੋ ਅਗਰ ਖੱਟੜ ਸਾਹਿਬ ਦਾ ਅੱਗੇ ਜਵਾਬ ਇਹ ਆਇਆ ਕਿ ਸਾਡੇ ਕੋਲ ਕੋਈ ਪੁਖਤਾ ਡਾਟਾ ਤਾਂ ਇਹਦਾ ਨਹੀਂ ਹੈਗਾ, ਬਟ ਹਾਂ ਮੈਂ ਸੁਣਿਆ ਸੀ ਫਰੀਦਾਬਾਦ ਦੇ ਵਿੱਚ ਵੀ ਹੋਇਆ, ਮੈਂ ਸੁਣਿਆ ਸੀ ਨੂੰਹ ਦੇ ਵਿੱਚ ਵੀ ਹੋਇਆ, ਜਾਂ ਇੱਦਾਂ ਦੇ ਹੋਰ ਡਿਸਟ੍ਰਿਕਟਸ ਜ਼ਿਲ੍ਹਿਆਂ ਦੇ ਹਰਿਆਣੇ ਦੇ ਨਾਮ ਲਏ ਉਹਨਾਂ ਨੇ, ਬਟ ਇਹਦਾ ਇੱਕ ਵੀ ਡਾਟਾ ਜਿਹੜਾ ਹੈ ਉਹ ਸਰਕਾਰ ਦੇ ਕੋਲ ਮੌਜੂਦ ਨਹੀਂ ਹੈ। ਸੋ ਅਗਰ ਡਾਟਾ ਨਹੀਂ ਹੈ, ਆਪਣੇ ਕੋਲ ਕੇਸ ਨਹੀਂ ਰਜਿਸਟਰਡ ਹੁੰਦੇ, ਕੁੜੀਆਂ ਜਿਹੜੀਆਂ ਉਹ ਆਪਣੇ ਸਾਹਮਣੇ ਨਹੀਂ ਹੈ, ਤਾਂ ਇਹਦੇ ਬਾਵਜੂਦ ਵੀ ਇੱਕ ਇੱਦਾਂ ਦਾ ਲਾਅ ਲੈ ਕੇ ਆਉਣ ਦੀ ਕੀ ਜ਼ਰੂਰਤ ਪੈ ਗਈ ਸੀ ਖੱਟੜ ਸਰਕਾਰ ਨੂੰ? ਹਰਿਆਣੇ ਦੀਆਂ ਔਰਤਾਂ ਉਹ ਔਰਤਾਂ ਨੇ ਜਿਨ੍ਹਾਂ 'ਤੇ ਬੇਸਡ ਦੰਗਲ ਵਰਗੀਆਂ ਫਿਲਮਾਂ ਬਣਦੀਆਂ ਨੇ, ਜਿਹੜੀਆਂ ਸ਼ੂਟਿੰਗ ਕਰਦੀਆਂ ਨੇ, ਜਿਹੜੀਆਂ ਸਪੋਰਟਸ ਖੇਡਾਂ ਦੇ ਵਿੱਚ ਜਾ ਕੇ ਰੈਪਰੈਜ਼ੈਂਟੇਸ਼ਨ ਸਭ ਤੋਂ ਵੱਧ ਹਰਿਆਣੇ ਦੀਆਂ ਔਰਤਾਂ ਕਰਦੀਆਂ ਨੇ। ਇਸ ਦੇ ਬਾਵਜੂਦ ਵੀ ਜਿਹੜੇ ਚੀਫ ਮਿਨਿਸਟਰ ਖੱਟੜ ਆ ਉਹਨਾਂ ਨੂੰ ਸਿਰਫ ਔਰ ਸਿਰਫ ਆਪਣਾ ਸੁਪਰ ਹੀਰੋ ਬਣਨ ਦਾ ਮਤਲਬ ਹੈ। ਇਸ ਕਰਕੇ ਉਹ ਉਸ ਔਰਤਾਂ ਨੂੰ ਜਿਹੜੀਆਂ ਤਾਕੜ ਦਿਖਾਈਆਂ ਜਾਂਦੀਆਂ ਨੇ, ਉਹਨਾਂ ਔਰਤਾਂ ਨੂੰ ਵੀ ਨੀਚੇ ਦਿਖਾ ਕੇ ਆਪਣੇ ਆਪ ਨੂੰ ਸੁਪਰ ਹੀਰੋ ਬਣਾ ਰਹੇ ਆ। ਔਰ ਇੱਦਾਂ ਦੇ ਕਾਨੂੰਨ ਉਹਨਾਂ 'ਤੇ ਥੋਪੇ ਜਾ ਰਹੇ ਨੇ ਕਿ ਜਿਹੜੀ ਔਰਤ ਹੈ ਉਹ ਕਿਸੇ ਵੀ ਤਰ੍ਹਾਂ ਆਊਟ ਆਫ ਆਪਣੇ ਧਰਮ ਤੋਂ ਵਿਆਹ ਨਾ ਕਿਤੇ ਕਰਵਾ ਲੈ। ਸਿਰਫ ਔਰ ਸਿਰਫ ਭਾਰਤ ਦੇ ਵਿੱਚ 2% ਦੇ ਲਗਭਗ ਹੀ ਔਰਤਾਂ ਆ ਜਿਹੜੀਆਂ ਇੰਟਰਫੇਥ ਮੈਰਿਜ ਕਰਦੀਆਂ, ਮਤਲਬ ਕਿ ਅਲੱਗ-ਅਲੱਗ ਧਰਮਾਂ 'ਚ ਜਿਨ੍ਹਾਂ ਦੇ ਵਿਆਹ ਹੁੰਦੇ ਆ। ਅਦਰਵਾਈਜ਼ ਜਿਹੜਾ ਸਾਰਾ ਆ ਉਹ ਇੱਕ ਹੀ
ਸੇਮ ਜਾਤ ਔਰ ਧਰਮ ਦੇ ਵਿੱਚ ਹੀ ਵਿਆਹ ਬਾਕੀ ਔਰਤਾਂ ਦੇ ਹੁੰਦੇ ਆ। ਜਾਤੀ ਪੈਟਰਨ ਜਿਹੜਾ ਉਹ ਸਮਾਜ ਲਈ ਮਾੜਾ, ਜਿਹੜਾ ਸਮਾਜ ਨੂੰ ਵਰਗਾਂ ਦੇ ਵਿੱਚ ਵਰਨਾਂ 'ਚ ਵੰਡਿਆ ਗਿਆ। ਸੋ ਸੋਸ਼ਲ ਸਾਇੰਟਿਸਟ ਕਹਿੰਦੇ ਆ ਕਿ ਅਗਰ ਇਸ ਵਰਗੀਕਰਨ ਨੂੰ ਤੋੜਨਾ ਹੈ, ਅਗਰ ਕਾਸਟ ਸਿਸਟਮ ਨੂੰ ਖਤਮ ਕਰਨਾ, ਤਾਂ ਉਹਦੇ ਲਈ ਜਿਹੜੀ ਮੈਰਿਜ ਹੈ ਉਹ ਇੱਕ ਦੂਜੇ ਤੋਂ ਅਲੱਗ ਬਾਹਰ ਦੇ ਧਰਮਾਂ ਦੇ ਵਿੱਚ ਹੋਣੀ, ਅਲੱਗ ਜਾਤਾਂ ਦੇ ਵਿੱਚ ਹੋਣੀ ਜ਼ਰੂਰੀ ਹੈ। ਇਹਦੇ ਨਾਲ ਇੱਕ ਮੋਬਿਲਾਈਜੇਸ਼ਨ ਹੋਏਗੀ, ਜਿਹੜੀ ਇਹ ਜਾਤਾਂ ਦੇ ਪੂਰੇ ਜਿਹੜੀ ਗੁਲਾਮੀ ਦਾ ਜ਼ੰਜੀਰ ਜਿਹੜੀਆਂ ਜਾਤਾਂ ਲਾਉਂਦੀਆਂ ਨੇ, ਇਹਨਾਂ ਨੂੰ ਤੋੜਿਆ ਜਾ ਸਕਦਾ। ਪਰ ਜਿਹੜੀ ਹਰਿਆਣਾ ਸਰਕਾਰ ਆ ਉਹ ਇੰਨੀ ਕੁ ਐਮਰਜੈਂਸੀ ਦੇ ਵਿੱਚ ਇੱਕ ਬਿੱਲ ਲੈ ਕੇ ਆਉਂਦੀ ਹੈ ਜਿਹਦੇ ਨਾਲ ਉਹ ਔਰਤਾਂ ਦੀ ਇਹ ਆਜ਼ਾਦੀ ਖੋਣਾ ਚਾਹੁੰਦੀ ਹੈ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਆਪਣੇ ਧਰਮ ਤੋਂ ਬਾਹਰ ਵਿਆਹ ਨਹੀਂ ਕਰਾ ਸਕਦੇ। ਅਗਰ ਤੁਸੀਂ ਕਰਾਉਣਾ ਵੀ ਹੈ ਤਾਂ ਹਰਿਆਣਾ ਦੇ STM ਜਾਂ ਜਿਹੜਾ ਡਿਸਟ੍ਰਿਕਟ ਮੈਜਿਸਟ੍ਰੇਟ ਹੋਊਗਾ, ਜਿਹੜਾ ਉਹਦੇ ਕੋਲ ਜਾ ਕੇ ਤੁਸੀਂ 1 ਮਹੀਨਾ ਪਹਿਲਾਂ ਇੱਕ ਐਪਲੀਕੇਸ਼ਨ ਦੇਣੀ ਹੈ। ਉਸ ਐਪਲੀਕੇਸ਼ਨ 'ਚ ਤੁਸੀਂ ਦਿਖਾਉਣਾ ਹੈ ਕਿ ਅਸੀਂ ਵਿਆਹ ਕਰਾਉਣ ਲੱਗੇ ਹਾਂ। ਫਿਰ ਤੁਸੀਂ 1 ਮਹੀਨੇ ਦਾ ਟਾਈਮ ਦੇਣਾ STM ਨੂੰ। ਬੇਸਿਕਲੀ ਉਹ 1 ਮਹੀਨੇ ਦਾ ਟਾਈਮ ਤੁਸੀਂ ਸਮਾਜ ਨੂੰ ਦੇਣਾ ਹੈ। ਇਹ ਜਿਹੜੇ ਧਰਮ ਰਕਸ਼ਕ ਗਰੁੱਪ ਆ, ਜਿਹੜੇ ਸ਼੍ਰੀ ਰਾਮ ਦੇ ਨਾਮ ਤੋਂ ਆਪਣਾ ਨਾਮ ਰੱਖ ਕੇ ਆਪਣੇ ਆਪ ਨੂੰ ਬਹੁਤ ਪਵਿੱਤਰ ਘੋਸ਼ਿਤ ਕਰਨਾ ਚਾਹੁੰਦੇ ਆ, ਤਾਂ ਕਿ ਉਹ ਕੋਈ ਨਾ ਕੋਈ ਸਾਜ਼ਿਸ਼ ਕਰ ਸਕਣ, ਕੋਈ ਨਾ ਕੋਈ ਲਿੰਚਿੰਗ ਕਰ ਸਕਣ, ਜਾਂ ਕੋਈ ਤਰ੍ਹਾਂ ਦਾ ਕੋਈ ਸਾਬੋਟਾਜ ਕਰਕੇ, ਧਮਕਾ ਕੇ, ਅਲਿਓਰਮੈਂਟ ਕਰਕੇ, ਮਿਸਰੈਪ੍ਰੈਜ਼ੈਂਟੇਸ਼ਨ ਕਰਕੇ, ਦਬਾਅ ਪਾ ਕੇ ਉਸ ਕੁੜੀ ਨੂੰ ਮੁਕਰਵਾ ਸਕਣ, ਉਹਨੂੰ ਪਿੱਛੇ ਖਿੱਚ ਸਕਣ। ਅਗਰ ਆਪਾਂ ਲਵ ਜਿਹਾਦ ਦੀ ਗੱਲ ਕਰੀਏ ਤਾਂ ਇਹ ਜਿਹੜਾ ਲਵ ਜਿਹਾਦ ਸ਼ਬਦ ਹੈ, ਜਾਂ ਇਹਦਾ ਅਗਰ ਰਿਸਰਚ 'ਚੋਂ ਜੋ ਲੱਭਦਾ, ਉਹ ਲੱਭਦਾ ਕਿ ਆਰਿਆ ਸਮਾਜੀ 1920 ਦੇ ਦੌਰ ਦੇ ਵਿੱਚ ਉਹਨਾਂ ਦਾ ਕੰਮ ਹੁੰਦਾ ਸੀ। ਉਹ ਵੀ ਬੇਸਿਕਲੀ BJP ਵਾਲਾ ਹੀ ਕੰਮ ਸੀ, ਇਹਨਾਂ ਦੇ ਹੀ ਪਿੱਤਰ ਸੀ। ਉਹਨਾਂ ਦਾ ਕਹਿਣਾ ਇਹ ਸੀ ਕਿ ਹਿੰਦੂ ਖਤਰੇ ਮੇਂ ਹੈ, ਹਿੰਦੂ ਕੋ ਬਚਾਓ। ਇੱਦਾਂ ਦੇ ਉਹ ਜਿਹੜੇ ਰਿਲੀਜੀਅਸ ਐਕਸਟ੍ਰੀਮਿਜ਼ਮ ਜਾਂ ਰਿਲੀਜੀਅਸ ਨੈਸ਼ਨਲਿਜ਼ਮ ਦੇ ਏਜੰਡਾ ਸੈੱਟ ਕਰਦੇ ਸੀ, ਉਹਨਾਂ ਵੱਲੋਂ ਲਵ ਜਿਹਾਦ ਦਾ ਜਿਹੜਾ ਉੱਥੇ ਸੈਟਅਪ ਕੀਤਾ ਗਿਆ ਸੀ ਕਿ ਧਰਮ ਪਰਿਵਰਤਨ ਨੂੰ ਰੋਕਣ ਦੇ ਲਈ ਇੱਦਾਂ ਦਾ ਕਾਨੂੰਨ ਜਾਂ ਇੱਕ ਲਵ ਜਿਹਾਦ ਕਨਸਪਾਇਰੇਸੀ ਥਿਊਰੀ ਦਿੱਤੀ ਗਈ ਸੀ, ਵਿਚ ਇਜ਼ ਬੇਸਿਕਲੀ ਇਸਲਾਮੋਫੋਬਿਕ। ਜਿਹੜੀ ਲਵ ਜਿਹਾਦ ਕਨਸਪਾਇਰੇਸੀ ਥਿਊਰੀ ਆ, ਇਹ ਇਕੱਲੇ ਇੰਡੀਆ ਦੇ ਵਿੱਚ ਵੀ ਨਹੀਂ ਆ, ਹੋਰ ਵੀ ਜਿਹੜੀਆਂ ਇੱਦਾਂ ਦੀਆਂ ਕੰਟਰੀਜ਼ ਆ ਜਿੱਥੇ ਇਸਲਾਮੋਫੋਬੀਆ ਜਿਹੜਾ ਆ ਉਹ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਾਂ ਇਸਲਾਮੋਫੋਬੀਆ ਐਗਜ਼ਿਸਟ ਕਰਦਾ ਆ, ਜਾਂ ਜਿੱਥੇ ਹੋਰ ਧਰਮਾਂ ਦੀ ਮੈਜੋਰਿਟੀ ਔਰ ਇਸਲਾਮ ਜਿਹੜਾ ਉਹ ਮਾਈਨੋਰਿਟੀ ਦੇ ਵਿੱਚ ਆ, ਉੱਥੇ ਇਹ ਕਨਸਪਾਇਰੇਸੀ ਥਿਊਰੀ ਸੈਟਅਪ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ। ਬਰਮਾ, ਮਿਆਂਮਾਰ, ਇਹਦੀ ਐਗਜ਼ਾਮਪਲ ਤੁਸੀਂ ਗੂਗਲ ਜ਼ਰੂਰ ਕਰਿਓ। ਰੋਹਿੰਗਿਆ ਮੁਸਲਿਮਸ ਨਾਲ ਕੀ ਹੋਇਆ, ਉਹ ਵੀ ਇਸ ਲਵ ਜਿਹਾਦ ਦੀ ਕਨਸਪਾਇਰੇਸੀ ਤੇ ਹੀ ਸਾਰਾ ਕੁਝ ਬੇਸਡ ਹੋਇਆ। ਪਰ ਭਾਰਤ ਦੀਆਂ 11 ਸਟੇਟਾਂ ਨੇ ਸਿਰਫ ਔਰ ਸਿਰਫ ਇੱਕ ਕਨਸਪਾਇਰੇਸੀ ਥਿਊਰੀ ਨੂੰ ਹੀ ਸੱਚ ਮੰਨ ਕੇ 11 ਸਟੇਟਾਂ ਦੇ ਵਿੱਚ ਐਂਟੀ ਲਵ ਜਿਹਾਦ ਲਾਅ ਬਣਾ ਦਿੱਤੇ। ਔਰ ਜਿਹੜੇ ਇਹ ਲਾਅ ਆ, ਇਹਨਾਂ ਦੇ ਵਿੱਚ ਜਿਹੜੀ ਫਿਰਕਾ ਪ੍ਰਸਤੀ ਆ, ਇਹ ਜਿਹੜਾ ਕੱਟੜਵਾਦ ਆ ਧਰਮਾਂ ਦੇ ਨਾਮ ਤੇ, ਇਹ ਬਹੁਤ ਵੱਧ ਰਿਹਾ, ਜਿਹੜਾ ਸਰਕਾਰਾਂ ਨੂੰ ਡੈਫੀਨੇਟਲੀ ਫਾਇਦਾ ਦਿੰਦਾ ਹੈ। ਪਰ ਇਹਨੂੰ ਇੱਕ ਵਾਰੀ ਸ਼ੁਰੂ ਕਰਨਾ ਬਹੁਤ ਸੌਖਾ ਹੈ, ਇਸ ਕੱਟੜਵਾਦ ਨੂੰ, ਧਾਰਮਿਕ ਕੱਟੜਵਾਦ ਨੂੰ ਵਧਾਉਣਾ ਜਿਹੜਾ ਬਹੁਤ ਸੌਖਾ ਹੈ, ਪਰ ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੈ। ਇਟ ਕੈਨ ਲੀਡ ਟੂ ਸੀਰੀਅਸ ਰੰਬਲਿੰਗ ਇਨ ਦ ਸੁਸਾਇਟੀ। ਆਪਣਾ ਜਿਹੜਾ ਸੋਸ਼ਲ ਫੈਬਰਿਕ ਆ, ਜਿਹੜਾ ਭਾਈਚਾਰਕ ਫੈਬਰਿਕ ਆ, ਇਹ ਬਹੁਤ ਜਲਦੀ ਖਰਾਬ ਹੋ ਸਕਦਾ ਅਗਰ ਇੱਦਾਂ ਦੀਆਂ ਨੀਤੀਆਂ ਸਰਕਾਰ ਅਪਣਾਉਂਦੀ ਰਹੇਗੀ। ਹਰਿਆਣਾ ਆਪਣੇ ਤੋਂ ਕੋਈ ਜ਼ਿਆਦਾ ਦੂਰ ਨਹੀਂ ਹੈ, ਹਰਿਆਣੇ ਨਾਲ ਆਪਣਾ ਬਾਰਡਰ ਸਾਂਝਾ ਹੈ। ਅਗਰ ਹਰਿਆਣੇ ਤੱਕ ਇਹ ਅੱਗ ਆਉਂਦੀ ਹੈ ਜਿਹਦੇ ਵਿੱਚ ਔਰਤਾਂ ਨੂੰ ਅਬਲਾ ਨਾਰੀ ਬਣਾ ਕੇ ਜਿਹੜੇ ਸੁਪਰ ਹੀਰੋ ਆ, ਖੱਟੜ ਸਾਹਿਬ ਵਰਗੇ ਫੇਕ ਸੁਪਰ ਹੀਰੋ ਰਾਦਰ, ਉਹ ਆ ਕੇ ਔਰਤਾਂ ਨੂੰ ਪ੍ਰੋਟੈਕਸ਼ਨ ਦੇਣ ਦੇ ਲਈ ਕਾਨੂੰਨ ਬਣਾ ਰਹੇ ਨੇ। ਅਗਰ ਔਰਤਾਂ ਲਈ ਕਾਨੂੰਨ ਬਣਾਉਣੇ ਹੀ ਆ ਤਾਂ ਜਿਹੜੀ ਔਰਤਾਂ ਨੂੰ ਸਭ ਤੋਂ ਪਹਿਲਾਂ ਤਾਂ 50% ਰਾਖਵਾਂਕਰਨ ਰਾਜਨੀਤੀ ਦੇ ਵਿੱਚ ਔਰਤਾਂ ਦਾ ਹੋਣਾ ਚਾਹੀਦਾ ਹੈ, ਤਾਂ ਕਿ ਵਿਧਾਨ ਸਭਾ ਦੇ ਵਿੱਚ ਬੈਠੀ ਹੋਈ ਮੈਨ ਮੈਜੋਰਿਟੀ ਇੱਦਾਂ ਦੇ ਸਟੂਪਿਡ, ਇੱਦਾਂ ਦੇ ਮੂਰਖਤਾ ਭਰੇ ਫੈਸਲੇ ਨਾ ਲਵੇ। ਉੱਥੇ ਘੱਟੋ ਘੱਟ 50% ਔਰਤਾਂ ਬੈਠੀਆਂ ਹੋਣ ਜਿਹੜੀਆਂ ਆਪਣੀ ਡਿਸੀਜ਼ਨ ਰੱਖ ਸਕਣ। ਸ਼ਰਤ ਇੱਥੇ ਇਹ ਹੋਣੀ ਚਾਹੀਦੀ ਹੈ ਵੀ ਉਹ ਔਰਤਾਂ ਕਿਸੇ ਸਿਆਸੀ ਘਰਾਣਿਆਂ ਦੀਆਂ ਨਹੀਂ, ਆਮ ਔਰਤਾਂ ਹੋਣੀਆਂ ਚਾਹੀਦੀਆਂ ਨੇ, ਜਿਹੜੀਆਂ ਆਪਣੀ ਭਾਸ਼ਾ ਬੋਲਣ, ਜਿਹੜੀ ਸਮਾਜ ਦੀ ਭਾਸ਼ਾ ਬੋਲਣ, ਨਾ ਕਿ ਸਿਆਸੀ ਜਗੀਰਦਾਰਾਂ ਦੇ ਘਰਾਂ ਦੀਆਂ ਔਰਤਾਂ ਹੋਣੀਆਂ ਚਾਹੀਦੀਆਂ ਨੇ, ਜਿਹੜੀਆਂ ਸਿਰਫ ਔਰ ਸਿਰਫ ਆਪਣੇ ਹਸਬੈਂਡ ਦੇ ਹੱਥਾਂ ਦੇ ਵਿੱਚ ਜਾਂ ਆਪਣੇ ਰਾਜਨੀਤਿਕ ਪਰਿਵਾਰ ਦੇ ਹੱਥਾਂ 'ਚ ਖੇਡਣ ਵਾਲੀਆਂ ਕਠਪੁਤਲੀਆਂ ਹੋਣ। ਦੂਸਰੀ ਗੱਲ, ਅਗਰ ਔਰਤਾਂ ਲਈ ਕਾਨੂੰਨ ਲੈ ਕੇ ਆਉਣੇ ਤਾਂ ਉਹ ਕਾਨੂੰਨ ਲੈ ਕੇ ਆਓ ਨਾ, ਜਿਵੇਂ ਪੰਜਾਬ ਹਰਿਆਣਾ ਦੀਆਂ ਕੁੜੀਆਂ ਨੂੰ ਵਿਆਹ ਕਰਾ ਕੇ ਮੁੰਡੇ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਨੇ ਔਰ ਉਹਨਾਂ ਕੁੜੀਆਂ ਨੂੰ ਪਿੱਛੇ ਛੱਡ ਜਾਂਦੇ ਨੇ। ਉਹਨਾਂ ਦਾ ਕੋਈ ਵੀ ਕਾਨੂੰਨ ਨਹੀਂ ਹੈ, ਉਹਨਾਂ ਤੇ ਕੋਈ ਵੀ ਸਰਕਾਰ ਵੱਲੋਂ ਸਖਤ ਕਦਮ ਨਹੀਂ ਚੱਕੇ ਜਾਂਦੇ। ਔਰਤਾਂ ਦੀ ਤਨਖਾਹ ਦੇ ਵਿੱਚ ਵਿਤਕਰਾ ਕੀਤਾ ਜਾਂਦਾ। ਔਰਤਾਂ ਨੂੰ ਜਿਹੜਾ ਰੋਜ਼ਗਾਰ ਹੈ ਜਿਹੜਾ ਉਹ ਈਜ਼ੀਲੀ ਮੁਹੱਈਆ ਨਹੀਂ ਹੁੰਦਾ, ਉਹਨਾਂ ਨੂੰ ਬਹੁਤ ਤਕਲੀਫ ਦਾ ਸਾਹਮਣਾ, ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਕਈ ਆਰਗੇਨਾਈਜੇਸ਼ਨ ਪੰਜਾਬ ਹਰਿਆਣਾ ਦੇ ਸਾਂਝੇ ਸ਼ਹਿਰ ਚੰਡੀਗੜ੍ਹ ਦੇ ਵਿੱਚ ਇੱਦਾਂ ਦੀਆਂ ਨੇ ਜਿਹੜੀਆਂ ਔਰਤਾਂ ਨੂੰ ਨਾ ਪ੍ਰੈਫਰ ਕਰਕੇ ਬੰਦਿਆਂ ਨੂੰ ਪ੍ਰੈਫਰ ਕਰਦੀਆਂ ਨੇ ਕਿ ਇਹ ਕੰਮ ਅਸੀਂ ਬੰਦਿਆਂ ਤੋਂ ਕਰਾਉਣਾ, ਔਰਤ ਨੂੰ ਨਹੀਂ ਰੱਖਣਾ। ਔਰ ਅਗਰ ਕਿਸੇ ਥਾਂ ਤੇ ਔਰਤ ਨੂੰ ਰੱਖਿਆ ਵੀ ਜਾਂਦਾ ਤਾਂ ਉਹਨੂੰ ਬੰਦਿਆਂ ਦੇ ਮੁਕਾਬਲੇ ਘੱਟ ਤਨਖਾਹ ਦਿੱਤੀ ਜਾਂਦੀ। ਇਹ ਜਿਹੜਾ ਧਰਮ ਪਰਿਵਰਤਨ ਦਾ ਕਾਨੂੰਨ ਹਰਿਆਣੇ 'ਚ ਲਿਆਂਦਾ ਗਿਆ, ਇਹਦਾ ਮਕਸਦ ਸਿਰਫ ਇੰਨਾ ਹੈ ਕਿ ਵੋਟਾਂ ਬਟੋਰਨੀਆਂ। ਇਹਦਾ ਮਕਸਦ ਸਿਰਫ ਇੰਨਾ ਹੈ ਕਿ ਇੱਕ ਭਾਈਚਾਰੇ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਅਸੀਂ ਤੁਹਾਡੇ ਹਾਮੀ ਆ, ਔਰ ਦੂਸਰੀ ਭਾਈਚਾਰੇ ਦੀ ਆਈਡੈਂਟਿਟੀ ਨੂੰ ਖਤਰੇ 'ਚ ਪਾਉਣ ਦੀ ਜਾਂ ਉਹਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਹੈ। ਇਸ
ਧਰਮ ਪਰਿਵਰਤਨ ਦੀ ਜਿਹੜੀ ਹੋਲ ਪ੍ਰੋਪਾਗੈਂਡਾ ਹੈ ਇਸ ਬਿੱਲ ਦਾ, ਇਹਨੂੰ ਫੈਲਾਉਣ ਦੇ ਲਈ ਪਹਿਲਾਂ ਹੀ ਬਹੁਤ ਦੇਰ ਤੋਂ ਇੱਦਾਂ ਦੀ ਮਾਰਕੀਟਿੰਗ ਕੀਤੀ ਗਈ ਹੈ, ਜਿਹਦੇ ਵਿੱਚ ਮੀਡੀਆ ਸੰਸਥਾਨ, ਜਿਹਦੇ ਵਿੱਚ ਵੱਡੀਆਂ ਅਖਬਾਰਾਂ ਨੂੰ ਵੀ ਕਈਆਂ ਨੂੰ ਇਸ ਚੀਜ਼ ਨੇ, ਜਿਨ੍ਹਾਂ ਨੇ ਇਸ ਲਵ ਜਿਹਾਦ ਵਾਲੇ ਕੰਸਪਾਇਰੇਸੀ ਥੀਰੀ ਨੂੰ, ਇੱਕ ਫੇਕ ਸਟੋਰੀ ਨੂੰ ਇੰਸਟੀਟਿਊਸ਼ਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਔਰ ਸਮਾਜ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਗੱਡ ਦਿੱਤਾ। ਇਹ ਜਿਹੜੇ ਸਲੋਗਨ ਇਹਦੇ ਵਿੱਚ ਇੱਦਾਂ ਦੇ ਯੂਜ਼ ਕੀਤੇ ਜਾਂਦੇ ਆ, ਬੇਟੀ ਬਚਾਓ, ਸੇਵ ਆਰ ਡਾਟਰਸ ਇਨ ਖਤਰੇ ਦੇ ਵਿੱਚ ਆ, ਸਾਡੀਆਂ ਹਿੰਦੂ ਕੁੜੀਆਂ ਦੇ ਉੱਤੇ ਖਤਰਾ ਆ, ਸਾਡੀ ਹਿੰਦੂ ਕੁੜੀਆਂ ਨੂੰ ਟਾਰਗੇਟ ਕੀਤਾ ਜਾਂਦਾ। ਪੰਜਾਬ ਦੇ ਵਿੱਚ ਵੀ ਅੱਜ ਤੋਂ 6 ਮਹੀਨੇ ਪਹਿਲਾਂ ਇਹ ਅੱਗ ਫੈਲਣ ਵਾਲੀ ਸੀ। ਮਨਿੰਦਰ ਸਿਰਸਾ ਨੇ ਕਸ਼ਮੀਰੀ ਕੁੜੀਆਂ, ਕਸ਼ਮੀਰ ਦੀਆਂ ਸਿੱਖ ਕੁੜੀਆਂ ਦਾ ਇੱਕ ਮੁੱਦਾ ਬਣਾਇਆ ਸੀ, ਜ਼ਬਰਦਸਤੀ ਦੇ ਵਿੱਚ ਫੇਕ ਮੁੱਦਾ ਬਣਾਇਆ ਸੀ ਕਿ ਉਹਨਾਂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਸ਼ਮੀਰ ਦੇ ਵਿੱਚ ਕੀਤਾ ਜਾਂਦਾ। ਉਸ ਤੋਂ ਬਾਅਦ ਉਸ ਬੰਦੇ ਨੇ ਆਪਣੀ ਉਹ ਪਬਲਿਸਿਟੀ ਬਟੋਰੀ ਔਰ ਬੀਜੇਪੀ ਦੀ ਧੁਨੀ ਦੇ ਉੱਤੇ ਉਹ ਬੰਦਾ ਨੱਚਿਆ ਔਰ ਅੱਜ ਆਪਾਂ ਦੇਖਦੇ ਹਾਂ ਕਿ ਉਹ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਿਆ। ਇਸ 'ਤੇ 6 ਮਹੀਨੇ ਪਹਿਲਾਂ ਜਾਂ 8 ਮਹੀਨੇ ਪਹਿਲਾਂ ਮੈਂ ਵੀਡੀਓ ਬਣਾਈ ਹੋਈ ਸੀਗੀ, ਉਹ ਤੁਸੀਂ ਦੇਖ ਸਕਦੇ ਹਾਂ। ਬਟ ਦ ਪੁਆਇੰਟ ਇਜ਼ ਕਿ ਆਪਾਂ ਨੂੰ ਇਸ 'ਤੇ ਕੰਸੀਡਰ ਕਰਨਾ ਚਾਹੀਦਾ ਕਿ ਆਪਾਂ ਬੋਲੀਏ, ਆਪਾਂ ਨੂੰ ਇਸ ਚੀਜ਼ ਦੀ ਜਿਹੜੀ ਸੈਂਸਿਟੀਵਿਟੀ ਆ ਉਹਨੂੰ ਫੀਲ ਕਰਨਾ ਚਾਹੀਦਾ। ਇੱਦਾਂ ਦੇ ਧਰਮ ਪਰਿਵਰਤਨ ਨੂੰ ਰੋਕਣ ਵਾਲੇ ਜਿਹੜੇ ਬਿੱਲ ਆ ਉਹ ਅਲਟੀਮੇਟਲੀ ਔਰਤ 'ਤੇ ਭਾਰੀ ਪੈਂਦੇ ਨੇ, ਔਰਤ ਦੀ ਛਵੀ, ਉਹਦੇ ਵਿਅਕਤੀਤਵ ਨੂੰ ਖਤਮ ਕਰਦੇ ਨੇ, ਉਹਦੀ ਚੋਇਸ ਨੂੰ ਖਤਮ ਕਰਦੇ ਨੇ। ਇਨ ਕੇਸ ਸ਼ੀ ਹੈਜ਼ ਅ ਚੋਇਸ ਟੂ ਮੈਰੀ ਆਊਟਸਾਈਡ ਹਰ ਰਿਲੀਜਨ, ਉਹਦੇ ਲਈ ਉਹਨੂੰ ਪਹਿਲਾਂ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਪਰਮਿਸ਼ਨ ਲੈਣੀ ਪਏਗੀ, ਉਸ ਤੋਂ ਬਾਅਦ ਉਹਨੂੰ 30 ਦਿਨ ਦਾ ਸਮਾਂ ਮਿਲੇਗਾ ਉਹਦੇ ਵਿੱਚ, ਤਾਂ ਕਿ ਉਹਨੂੰ ਮੈਨੀਪੂਲੇਟ ਕੀਤਾ ਜਾ ਸਕੇ। ਇਹ ਔਰਤਾਂ ਦੀ ਚੁਆਇਸ ਤੇ ਉਹਨਾਂ ਦਾ ਆਪਣਾ ਜੀਵਨ ਸਾਥੀ ਚੁਣਨ ਦੀ ਪ੍ਰਤੀਕਿਰਿਆ ਦੇ ਉੱਤੇ ਰੋਕ ਲਗਾ ਰਹੀ ਹੈ। ਇਸ ਧਰਮ ਪਰਿਵਰਤਨ ਨੂੰ ਬਿੱਲ ਜਿਹੜਾ ਸਰਕਾਰ ਵੱਲੋਂ ਲਿਆਂਦਾ ਗਿਆ, ਹਰਿਆਣਾ ਸਰਕਾਰ ਵੱਲੋਂ, ਸਿਰਫ ਔਰ ਸਿਰਫ ਔਰਤਾਂ ਦੀ ਚੁਆਇਸ ਦੇ ਉੱਤੇ ਹਮਲਾ ਆ। ਔਰਤਾਂ ਨੂੰ ਬੰਨ੍ਹ ਕੇ ਕੰਟਰੋਲ ਕਰਕੇ ਰੱਖਣ ਦੀ ਇਹ ਜਿਹੜੀ ਆਈਡੀਓਲੋਜੀ ਹੈ ਸਰਕਾਰ ਦੀ। ਥੈਂਕ ਯੂ ਸੋ ਮਚ ਫॉर ਵਾਚਿੰਗ।